ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ, ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਦਰਮਿਆਨ ਮਹਾਂ ਪੰਚਾਇਤਾਂ ਦਾ ਰੁਝਾਨ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈ। ਇਸ ਦਰਮਿਆਨ ਜਿੱਥੇ ਵੱਖ-ਵੱਖ ਸੂਬਿਆਂ ਦੇ ਵਿੱਚ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਉੱਥੇ ਹੀ ਸਿਟੀ ਬਿਊਟੀਫੁਲ ਕਹੇ ਜਾਂਦੇ ਚੰਡੀਗੜ੍ਹ ਦੇ ਵਿੱਚ ਵੀ ਕਿਸਾਨਾਂ ਦੀ ਮਹਾਂ ਪੰਚਾਇਤ ਹੋਈ ਆ। ਚੰਡੀਗੜ੍ਹ ਦੇ 25 ਸੈਕਟਰ ਦੇ ਵਿੱਚ ਹੋਈ ਇਸ ਮਹਾਂ ਪੰਚਾਇਤ ਦੇ ਵਿੱਚ ਵੱਡੇ ਦਿੱਗਜ ਕਿਸਾਨ ਆਗੂ ਪਹੁੰਚੇ ਨੇ, ਜਿਨ੍ਹਾਂ ਦੇ ਵਿੱਚ ਗੁਰਨਾਮ ਸਿੰਘ ਚੁੰਨੀ ਦੇ ਸਮੇਤ ਜੋਗਿੰਦਰ ਸਿੰਘ ਉਗਰਾਹਾਂ ਮੌਜੂਦ ਰਹੇ ਨੇ। ਇਹਨਾਂ ਨੇ ਇਸ ਮੌਕੇ ਦੇ ਉੱਤੇ ਆਮ ਲੋਕਾਂ ਨੂੰ ਵੀ ਸੰਬੋਧਨ ਕੀਤਾ ਹੈ ਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਮੌਕੇ ਦੇ ਉੱਤੇ ਕਿਹਾ ਕਿ ਅਸੀਂ ਜਿੱਤ ਕੇ ਹੀ ਘਰਾਂ ਨੂੰ ਵਾਪਸ ਮੁੜਾਂਗੇ। ਕਿ ਕੁਝ ਕਹਿ ਰਹੇ ਨੇ ਜੋਗਿੰਦਰ ਸਿੰਘ ਉਗਰਾਹਾਂ ਅਤੇ ਗੁਰਨਾਮ ਸਿੰਘ ਚੁੰਨੀ, ਉਹ ਸੁਣਦੇ। ਅੰਦੋਲਨ ਜਿਹੜਾ ਜਿੰਨਾ ਲੰਬਾ ਹੋਏਗਾ ਉਹਨਾਂ ਕਿਤੇ ਨਾ ਕਿਤੇ ਬਦਨਾਮ ਹੋ ਜਾਏਗਾ, ਕਿਤੇ ਨਾ ਕਿਤੇ ਉਹਦੀ ਫੁੱਟ ਪੈ ਜਾਏਗੀ, ਕਿਤੇ ਨਾ ਕਿਤੇ ਲੋਕ ਉਕਤਾ ਜਾਣਗੇ ਵੀ ਬਹੁਤ ਲੰਬਾ ਹੋ ਗਿਆ, ਚੱਲੀਏ ਘਰ ਨੂੰ, ਜਾਂ ਫਸਲ ਦਾ ਟਾਈਮ ਆ ਜਾਏਗਾ। ਪਰ ਉਹ ਸਾਰੇ ਦੇ ਇਸ ਅੰਦੋਲਨ ਤੇ ਇਸ ਵਾਰੀ ਜਿਹੜਾ ਹੈ ਉਸ ਮਾਲਕ ਦੀ ਵਿਸ਼ੇਸ਼ ਕਿਰਪਾ ਹੈ। ਜਿੰਨਾ ਇਹ ਲੰਮਾ ਕਰ ਰਹੇ ਨੇ ਉਨਾ ਹੀ ਫੈਲ ਰਿਹਾ ਹੈ। ਪੰਜਾਬ 'ਚ ਫੈਲਿਆ, ਹਰਿਆਣੇ 'ਚ ਫੈਲਿਆ, ਉੱਤਰ ਪ੍ਰਦੇਸ਼ 'ਚ ਫੈਲਿਆ, ਰਾਜਸਥਾਨ 'ਚ ਫੈਲਿਆ, ਹੁਣ ਇਹ ਵੱਧ ਰਿਹਾ ਸਾਰੇ ਸਟੇਟਾਂ 'ਚ ਵੱਧ ਰਿਹਾ। ਉੱਤਰਾਖੰਡ 'ਚ ਬਹੁਤ ਚੰਗਾ ਹੈ, ਮੱਧ ਪ੍ਰਦੇਸ਼ 'ਚ ਆ ਗਿਆ, ਮਹਾਰਾਸ਼ਟਰ ਦੇ ਵਿੱਚ ਆ ਗਿਆ। ਅੱਜ ਟੈਲੀਫੋਨ ਆ ਰਹੇ ਨੇ ਕਲਕੱਤੇ 'ਚ ਮੀਟਿੰਗ ਕਰੋ। ਮਤਲਬ ਜਗ੍ਹਾ ਜਗ੍ਹਾ ਇਹ ਜਿਹੜਾ ਹੋ ਰਿਹਾ। ਰਾਜਸਥਾਨ ਦੇ ਵਿੱਚ ਹਰਿਆਣਾ ਦੇ ਕਿਸਾਨ ਦੀ ਇੱਕ ਗੁਣਵੱਤਾ ਹੈ ਵੀ ਉਹ ਸੌਖਾ ਨਹੀਂ ਜਾਗਦਾ। ਉਹਨੂੰ ਜਗਾਉਣਾ ਬੜਾ ਔਖਾ ਹੈ, ਪਰ ਜੇ ਉਹਨੂੰ ਕੋਈ ਛੇੜਦੇ ਨਾ, ਜੇ ਉਹਨੂੰ ਛੇੜਦੇ ਫਿਰ ਉਹ ਬੜੀ ਛੇਤੀ ਜਾਗਦਾ। ਸਾਡੇ ਵੱਲੋਂ ਸਰਕਾਰ ਨੇ ਛੇੜਿਆ ਤੇ ਫਿਰ ਜਾਗਿਆ। ਸਰਕਾਰ ਨੇ ਛੇੜਿਆ ਕਿ ਮੈਂ ਤੇ ਕਹਿੰਦੇ ਕਦੇ ਵਾਰੀ ਹੋਰ ਛੇੜ ਲੈ ਫਿਰ ਨਜ਼ਾਰਾ ਦੇਖੇ। ਤੇ ਹੁਣ ਉਹ ਜਿਹੜੇ ਜਾਗ ਰਹੇ ਨੇ ਤੇ ਹੁਣ ਉਹ ਫਿਰ ਜਦੋਂ ਜਾਗਦੇ ਨੇ ਫਿਰ ਉਹ ਰੋਕਣੇ ਔਖੇ ਹੁੰਦੇ ਨੇ। ਹੁਣ ਹਰਿਆਣੇ ਦਾ ਜਿਹੜਾ ਕਿਸਾਨ ਹੈ, ਕਿਸਾਨ ਨਹੀਂ ਆਮ ਲੋਕ ਲੱਗ ਗਿਆ, ਉੱਥੇ ਦਲਿਤ ਵੀ ਲੱਗ ਗਏ। ਅਸੀਂ ਸਾਡਾ ਇਹ ਮੰਨਣਾ ਵੀ ਜਿਹੜੇ ਲੋਕ ਪੰਜਾਬ 'ਚ ਬੈਠੇ ਨੇ ਉਹਨਾਂ ਨੂੰ ਘੱਟੋ ਘੱਟ ਇਹ ਗੱਲ ਦਾ ਪਤਾ ਲੱਗੇ ਵੀ ਉਹ ਦਿੱਲੀ ਮੋਰਚੇ ਦੇ ਵਿੱਚ ਕੀ ਹੋ ਰਿਹਾ ਹੈ। ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗੇ ਵੀ ਦਿੱਲੀ ਮੋਰਚਾ ਕਿੱਥੇ ਚਲਾ ਗਿਆ। ਦਿੱਲੀ ਮੋਰਚੇ ਦੇ ਵਿੱਚ ਉਹ ਇਕੱਠ ਘਟ ਰਹੇ ਨੇ ਕਿ ਵੱਧ ਰਹੇ ਨੇ। ਅਸੀਂ ਉਹਨਾਂ ਨੂੰ ਸੁਨੇਹਾ ਦੇਣਾ ਆ ਵੀ ਲੜਾਈ ਲੰਮੀ ਚੱਲੂਗੀ ਭਾਈ, ਸਰਕਾਰ ਮੰਨ ਨਹੀਂ ਰਹੀ, ਇਸ ਕਰਕੇ ਤਿਆਰ ਹੋ ਜਾਓ। ਹਾੜੀ ਵੀ ਵੱਢਣੀ ਹੈ, ਲੰਮਾ ਵੀ ਚਲਾਉਣਾ, ਉਹਦੀ ਤਿਆਰੀ ਵਾਸਤੇ ਇਹ ਵੱਡੀਆਂ ਰੈਲੀਆਂ, ਵੱਡੀਆਂ ਪੰਚਾਇਤਾਂ ਕਰਨੀਆਂ ਜ਼ਰੂਰੀ। ਉਧਰ ਮੱਧ ਪ੍ਰਦੇਸ਼ ਦੀ ਬੀਜੇਪੀ ਸਰਕਾਰ ਦੇ ਵੱਲੋਂ ਹੁਣ ਹੋਸ਼ੰਗਾਬਾਦ ਦਾ ਨਾਮ ਬਦਲਣ ਦੀ ਤਿਆਰੀ ਹੋ ਚੁੱਕੀ ਹੈ। ਇਸ ਨਾਮ ਬਦਲੀ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਉੱਤੇ ਬੋਲਦੇ ਹੋਏ ਕਾਂਗਰਸੀ ਆਗੂ ਦਿਗਵਿਜੇ ਦਾ ਕਹਿਣਾ ਹੈ ਕਿ ਇਸ ਨਾਲ ਜੇਕਰ ਬੇਰੁਜ਼ਗਾਰੀ ਘਟੇਗੀ ਤਾਂ ਨਾਮ ਬਦਲਿਆ ਜਾ सकता है। ऐसा है, अरे नाम बदलने से बेरोजगारी खत्म हो जाएगी क्या? क्या महंगाई खत्म हो जाएगी क्या? क्या देश उन्नति कर लेगा क्या? आपको जो करना है करिए, केवल ये नाटक नौटंकी बंद करिए। डीजल पर सेंट्रल एक्साइज ड्यूटी 3 रुपये 50 पैसे थी, जो आज बढ़कर 32 रुपये 80 पैसा हो गई है। यानी कि लगभग 23 रुपये पेट्रोल पर सेंट्रल एक्साइज ड्यूटी बढ़ी है और 28 रुपये डीजल पर एक्साइज ड्यूटी बढ़ी है। ये इनडायरेक्ट टैक्स है और इनडायरेक्ट टैक्स आम आदमी पे लगता है। इसमें उपभोक्ता जो खाना पकाने के लिए कुकिंग गैस का उपयोग करता है, उसके बजट पे फ़र्क पड़ेगा। जो पेट्रोल से अपना मोटरसाइकिल, स्कूटी, कार चलाते हैं, उनके बजट पर असर पड़ेगा। डीजल जो किसान ट्रैक्टर चलाता है, डीजल इंजन चलाता है, और हमारा पूरा ट्रांसपोर्टेशन देश का जो रोड से होता है, उस पर फ़र्क पड़ेगा। और ट्रांसपोर्टेशन महंगा होगा तो हर चीज़ महंगी होगी। और ये पूरा पैसा किससे जेब से जा रहा है? गरीब के जेब से, आम आदमी की जेब से। मैं पूछना चाहता हूँ वित्त मंत्री जी से, क्या उन्होंने एक पैसा भी टैक्स कॉरपोरेट सेक्टर पे बढ़ाया है या अमीर आदमी पे बढ़ाया है? उनके लिए पेट्रोल डीजल महंगा हो जाए या कुकिंग गैस महंगा हो जाए, उनको क्या फ़र्क पड़ रहा है? सारा जो खर्चा है वो जाता है कंपनी पर।
ਉਧਰ ਅੰਮ੍ਰਿਤਸਰ ਦੇ ਵਿੱਚ ਅਟਾਰੀ ਤੋਂ ਲੈ ਕੇ ਗੋਲਡਨ ਗੇਟ ਤੱਕ ਇੱਕ ਮੋਟਰਸਾਈਕਲ ਰੈਲੀ ਕੀਤੀ ਗਈ ਹੈ। ਇਹ ਮੋਟਰਸਾਈਕਲ ਰੈਲੀ ਕਿਸਾਨਾਂ ਦੇ ਹੱਕ ਦੇ ਵਿੱਚ ਕੀਤੀ ਗਈ ਹੈ ਤੇ ਇਸ ਮੌਕੇ ਦੇ ਉੱਤੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਸਮੇਤ ਉਹਨਾਂ ਸਾਰੇ ਹੀ ਜੇਲ੍ਹ ਦੇ ਵਿੱਚ ਬੰਦ ਕਿਸਾਨਾਂ ਦੇ ਲਈ ਸਮਰਥਨ ਦਿੱਤਾ ਗਿਆ, ਜਿਨ੍ਹਾਂ ਨੂੰ ਛਡਵਾਉਣ ਦੇ ਲਈ ਲਗਾਤਾਰ ਰਿਹਾਈ ਦੀਆਂ ਅਪੀਲਾਂ ਹੋ ਰਹੀਆਂ ਨੇ। ਇਸ ਮੌਕੇ ਦੇ ਉੱਤੇ ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਰਹਾਂਗੇ ਜਦੋਂ ਤੱਕ ਕਿਸਾਨ ਜਿੱਤ ਕੇ ਘਰੇ ਵਾਪਸ ਨਹੀਂ ਪਰਤਦੇ। ਅਟਾਰੀ ਵਾਹਗਾ ਬਾਰਡਰ ਤੋਂ ਸਰਦਾਰ ਸ਼ਾਮ ਸਿੰਘ ਯੋਧਿਆਂ ਦੀ ਧਰਤੀ ਆ, ਉੱਥੋਂ ਲੈ ਕੇ ਗੋਲਡਨ ਗੇਟ ਤੱਕ ਅਸੀਂ ਲੋਕਾਂ ਨੂੰ ਸੁਨੇਹਾ ਦੇਣ ਆਸਤੇ ਆਏ ਆ ਵੀ ਜਿਹੜੇ ਦਿੱਲੀ ਵਿੱਚ ਇੱਕ ਅੰਨਦਾਤਾ ਆਪਣੇ ਹੱਕ ਲੈਣ ਵਾਸਤੇ ਉੱਥੇ ਬੈਠਾ ਵਾ, ਉਹ ਹੱਕ ਲੈਣ ਵਾਸਤੇ ਆਪਣੇ ਗਏ ਨੇ। ਉਹਨਾਂ ਨੂੰ ਕੋਈ ਵੱਖਵਾਦੀ ਕਹਿ ਰਿਹਾ, ਕੋਈ ਅੱਤਵਾਦੀ ਕਹਿ ਰਿਹਾ। ਅਸੀਂ ਅੱਤਵਾਦੀ ਨਹੀਂ, ਵੱਖਵਾਦੀ, ਅਸੀਂ ਆਪਣੇ ਹੱਕਵਾਦੀ ਆ। ਤੇ ਉਹਦੇ ਵਿੱਚ ਜਿਹੜੇ ਸਾਡੇ ਕਿਸਾਨ ਵੀਰ ਗਏ ਨੇ ਦਿੱਲੀ ਵਿੱਚ 26 ਜਨਵਰੀ ਨੂੰ, ਉਹਨਾਂ ਦੇ ਉੱਤੇ ਇਹਨਾਂ ਨੇ ਨਜਾਇਜ਼ ਪਰਚੇ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤਾ। ਉਹਦੀ ਰਿਹਾਈ ਦੇ ਵਾਸਤੇ ਅਸੀਂ ਸਾਰੇ ਲੋਕਾਂ ਨੂੰ ਸੁਨੇਹਾ ਦੇ ਰਹੇ ਆ, ਦਿੱਲੀ ਅਟਾਰੀ ਤੋਂ ਲੈ ਕੇ ਅੰਮ੍ਰਿਤਸਰ ਤੱਕ, ਵੀ ਇਹ ਜਿਹੜਾ ਨਜਾਇਜ਼ ਦਿੱਲੀ ਪੁਲਿਸ ਕਰ ਰਹੀ ਆ, ਇਹ ਬਹੁਤ ਧੱਕਾ ਕਰ ਰਹੀ ਆ ਜੀ। ਵੇਖੋ ਜਿਹੜੀ ਹਰਿਆਈ ਹੋ ਰਹੀ ਹੈ ਉਹ ਅਸੀਂ ਮਤਲਬ ਕਹਿ ਲਓ ਕਿ ਕਾਨੂੰਨੀ ਤੌਰ ਤੇ ਜੋ ਬਣਦੀ ਹੋਈ ਹੈ ਪੈਰਵਾਈ ਕਰਕੇ ਜ਼ਮਾਨਤਾਂ ਦੇ ਥਰੂ ਬੱਚੇ ਬਾਹਰ ਆ ਰਹੇ ਨੇ। ਉਹ ਮਤਲਬ ਉਹਨਾਂ ਦੀ ਕੋਈ ਖਲਾਸੀ ਨਹੀਂ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਕੇਸ ਜਿਹੜੇ ਆ ਖਾਰਜ ਕੀਤੇ ਜਾਣ। ਜਿਹੜਾ ਬੱਚਿਆਂ ਦਾ ਭਵਿੱਖ ਹੈ, ਜਾਂ ਉਹਨਾਂ ਨੇ ਕੋਈ ਨੌਕਰੀ ਕਰਨੀ ਹੈ, ਜਾਂ ਕਿਸੇ ਨੇ ਆਪਣੇ ਕਾਰੋਬਾਰ ਲਈ ਵਿਦੇਸ਼ ਦੇ ਵਿੱਚ ਜਾਣਾ, ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਆ। ਕੇਵਲ ਉਹ ਅਸੀਂ ਕਿਸਾਨ ਆਗੂਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਉਹਨਾਂ ਦੀ ਪੈਰਵਾਈ ਕਰਨ, ਸਰਕਾਰ ਤੇ ਦਬਾਅ ਬਣਾਉਣ। ਪਰ ਜਿਹੜੀ ਸਾਡੀ ਸਰਕਾਰ ਹੈ ਉਹ ਜਾਣਬੁੱਝ ਕੇ ਨੌਜਵਾਨਾਂ ਨੂੰ ਕੇਸਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਗਲਤ ਬੰਨੇ ਤੋਰਨਾ ਚਾਹੁੰਦੀ ਆ। ਬਿਲਕੁਲ ਅਸੀਂ ਹੱਕ 'ਚ ਆ ਕਿ ਕਿਉਂ ਉਹ ਕਿਸੇ ਪ੍ਰਕਾਰ ਦੀ ਉਹਨਾਂ ਦੀ ਕੋਈ ਗਲਤੀ ਨਹੀਂ ਆ। ਇਹ ਕੇਵਲ ਸਰਕਾਰੀ ਪ੍ਰੋਪੇਗੈਂਡਾ ਹੈ ਜਿਹੜਾ ਕਿ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਫਸਾਇਆ ਜਾ ਰਿਹਾ ਹੈ। ਅਸੀਂ ਉਹਨਾਂ ਦੇ ਹੱਕ 'ਚ, ਕਿਉਂਕਿ ਜਿਹੜਾ ਕੋਈ ਅਗਲੇ ਨੂੰ ਮਤਲਬ ਕੋਈ ਕ੍ਰੈਡਿਟ ਦੇਣਾ ਜਾਂ ਗਦਾਰ ਦਾ, ਇਹ ਬਾਅਦ ਦੇ ਮਸਲੇ ਨੇ। ਅੱਜ ਮਸਲਾ ਕੇਵਲ ਕਿਸਾਨੀ ਦਾ ਹੈ। ਅਸੀਂ ਆਪਣੇ ਮਸਲੇ ਨੂੰ ਕਿਸਾਨੀ ਦੇ ਨਾਲ ਹੀ ਜੋੜ ਕੇ ਰੱਖਣਾ ਚਾਹੁੰਦੇ ਹਾਂ। ਅਸੀਂ ਹਰ ਨੌਜਵਾਨ ਦੀ ਰਿਹਾਈ ਚਾਹੁੰਦੇ ਹਾਂ, ਚਾਹੇ ਉਹ ਦੀਪ ਸਿੱਧੂ ਹੋ, ਚਾਹੇ ਲੱਖਾ ਸਿਧਾਣਾ ਜਾਂ ਹੋਰ ਅਨੇਕਾਂ ਨੌਜਵਾਨ ਜਿਨ੍ਹਾਂ ਨੂੰ ਇਹਨਾਂ ਕੇਸਾਂ ਦੇ ਵਿੱਚ ਫਸਾਇਆ ਗਿਆ ਵਾ। ਉਧਰ ਕਿਸਾਨਾਂ ਦੇ ਲਈ ਜੇਕਰ ਲਾਹੇਵੰਦ ਧੰਦੇ ਦੀ ਗੱਲ ਕਰੀਏ ਤਾਂ ਸਟ੍ਰਾਬੇਰੀ ਦੀ ਖੇਤੀ ਹੁਣ ਕਿਸਾਨਾਂ ਦੇ ਲਾਹੇਵੰਦ ਧੰਦੇ ਦੇ ਵਿੱਚ ਜੁੜ ਚੁੱਕੀ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਵੀ ਇੱਕ ਸ਼ਖਸ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਸਟ੍ਰਾਬੇਰੀ ਦੀ ਖੇਤੀ ਕੀਤੀ ਜਾਂਦੀ ਹੈ ਤੇ ਇਹਨਾਂ ਦੀ ਜ਼ਮੀਨ ਦੇ ਵਿੱਚੋਂ ਜੇਕਰ ਗੋਭੀ ਦੀ ਗੱਲ ਕਰੀਏ ਤਾਂ ਉਹ ਵੀ ਵੱਖੋ ਵੱਖਰੇ ਰੰਗਾਂ ਦੇ ਵਿੱਚ ਉੱਗਦੀ ਨਜ਼ਰ ਆਉਂਦੀ ਹੈ। ਸਟ੍ਰਾਬੇਰੀ ਦੀ ਖੇਤੀ ਇਹਨਾਂ ਦੇ ਲਈ ਲਾਹੇਵੰਦ ਧੰਦਾ ਸਾਬਤ ਹੋਈ ਹੈ ਕਿ ਕੁਝ ਇਸ ਮੌਕੇ ਦੇ ਉੱਤੇ ਇਸ ਖੇਤੀ ਨੂੰ ਕਰਨ ਵਾਲਿਆਂ ਦਾ ਕਹਿਣਾ ਹੈ ਤੇ ਕਿਹੋ ਜਿਹਾ ਉਹਨਾਂ ਦਾ ਹੁਣ ਤੱਕ ਦਾ ਅਨੁਭਵ ਇਸ ਖੇਤੀ ਦੇ ਨਾਲ ਰਿਹਾ ਹੈ, ਉਹ ਸੁਣਦੇ ਹਾਂ। ਇਹ 2011 ਤੋਂ ਸ਼ੁਰੂ ਕੀਤਾ ਜੀ, ਤੇ ਲੁਧਿਆਣਾ ਯੂਨੀਵਰਸਿਟੀ ਤੋਂ ਬੂਟੇ ਲਏ ਸਨ ਤੇ ਫਿਰ ਇਹਦੇ ਬੂਟੇ ਆਪ ਤਿਆਰ ਕਰਨ ਲੱਗ ਗਏ। 2011 ਤੋਂ ਪਹਿਲਾਂ 1 ਏਕੜ ਤੋਂ ਸ਼ੁਰੂ ਕੀਤੀ ਸੀ, ਹੁਣ 4 ਏਕੜ ਕੇ ਕਰ ਰਹੇ ਹਾਂ। ਹਾਂਜੀ ਸਰ, ਕਿੱਥੇ ਕਿੱਥੇ ਜਿਹੜੀ ਹੈ ਸਟ੍ਰਾਬੇਰੀ ਜਾਂਦੀ ਹੈ ਤੁਹਾਡੀ ਜਿਹੜੀ? ਆਪਣੀ ਚੰਡੀਗੜ੍ਹ ਹੋ ਗਈ ਜਾਂ ਲੁਧਿਆਣਾ। ਵੈਸੇ ਲੁਧਿਆਣਾ ਦੀ ਮਾਰਕੀਟ ਤਾਂ ਅਸੀਂ ਆਪ ਹੀ ਦਿੰਦੇ ਹਾਂ, ਮੰਡੀ ਵਗੈਰਾ ਨਹੀਂ ਜਾਂਦੀ ਲੁਧਿਆਣੇ, ਤੇ ਚੰਡੀਗੜ੍ਹ ਮੰਡੀ ਭੇਜ ਦਿੰਦੇ ਹਾਂ ਜੇ ਫਾਲਤੂ ਹੋ ਜਾਂਦੀ, ਜਦੋਂ ਸਾਡੇ ਤੋਂ ਓਵਰ ਹੋ ਜਾਂਦੀ, ਜਦੋਂ ਥੋੜਾ ਬਹੁਤ। ਸਰ, ਕਿੰਨੀ ਕੁ ਮੁਸ਼ਕਿਲ ਸੀਗੀ ਜਦੋਂ ਨਵੀਂ ਤੁਸੀਂ ਇਹਦੀ ਖੇਤੀ ਸ਼ੁਰੂ ਕੀਤੀ ਸੀ? ਉਦੋਂ ਕੀ ਦਿੱਕਤਾਂ ਆਉਂਦੀ ਸੀਗੀਆਂ ਤੇ ਹੁਣ ਉਹ ਦਿੱਕਤਾਂ ਕਿੱਦਾਂ ਜਿਹੜੀਆਂ ਉਹ ਘਟ ਗਈਆਂ ਨੇ ਹੁਣ? ਦਿੱਕਤਾਂ ਇੱਥੇ ਨਾਮਧਾਰੀ ਜਿਹੜਾ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਸਤਿਗੁਰੂ ਜੀ ਬਹੁਤ ਮਦਦ ਕਰਦੇ ਰਹੇ ਸਾਡੀ। ਤੇ ਪਹਿਲਾਂ ਏਕੜ ਜ਼ਮੀਨ ਉਹਨਾਂ ਹੀ ਦਿੱਤੀ ਸੀ, ਫਿਰ ਅਗਾਂ ਲੀਜ਼ ਤੇ ਲੈ ਕੇ ਕਰ ਰਿਹਾ ਮੈਂ, ਤੇ ਉਹਨਾਂ ਵੱਲੋਂ ਬਹੁਤ ਮਦਦ ਆ, ਬਹੁਤ ਸਾਨੂੰ ਗਾਈਡ ਕਰਦੇ ਨੇ। ਉਹਨਾਂ ਦੇ ਨਾਲ ਹੀ ਸਾਡਾ ਤਕਰੀਬਨ ਉਹਨਾਂ ਦੀ ਗਾਈਡਨੈਸ ਨਾਲ ਹੀ ਇਹ ਕਾਮਯਾਬ ਹੋਏ ਆ ਅਸੀਂ। ਹਾਂਜੀ ਸਰ, ਜਿਹੜੀ ਖਾਦ ਹੈ ਜਾਂ ਜਿਹੜੀ ਆਰਗੈਨਿਕ ਹੈ, ਪੂਰੀ ਤਰ੍ਹਾਂ ਆਰਗੈਨਿਕ ਹੈ ਸਾਰੀ ਜਿਹੜੀ? ਹਾਂਜੀ, ਪੂਰੀ ਤਰ੍ਹਾਂ ਆਰਗੈਨਿਕ ਆ। ਇਹਦੇ ਵਿੱਚ ਦੇਸੀ ਖਾਦਾਂ ਪਾਈਆਂ ਜਾਂਦੀਆਂ, ਬੈਕਟੀਰੀਆ ਪਾਇਆ ਜਾਂਦਾ ਹੈ, ਜਿਵੇਂ ਹਰੀ ਖਾਦ ਵਗੈਰਾ ਹੋ ਗਈ। ਬੈਕਟੀਰੀਆ ਬਹੁਤ ਵਧੀਆ ਚੀਜ਼ ਆ, ਸੂਡੋਮੋਨਾਸ ਹੈ, ਟ੍ਰਾਈਕੋਡਰਮਾ ਹੈ, ਉਹ ਬੈਕਟੀਰੀਆ ਨਾਲ ਹੀ ਫੰਗਸ ਦਾ ਵੀ ਤੇ ਮਤਲਬ ਸੁੰਡੀ ਵਗੈਰਾ ਦਾ ਵੀ ਕੰਟਰੋਲ ਹੋ ਜਾਂਦਾ ਉਹਦੇ ਨਾਲ। ਸਰ, ਕੀ ਰੇਟ ਜਿਹੜੀ ਹੈ ਇਹ ਵਿਕਦੀ ਹੈ ਸਟ੍ਰਾਬੇਰੀ, ਜੇਕਰ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ? ਵੈਸੇ ਮਾਰਕੀਟ ਦੇ ਵਿੱਚ ਤੇ ਜਿਹੜਾ ਰੇਟ ਹੋਵੇ, ਆਪਾਂ ਨੂੰ ਸਾਡੀ ਸਟ੍ਰਾਬੇਰੀ ਦਾ ਰੇਟ ਵੱਧ ਮਿਲਦਾ ਜੀ, ਉਹਨਾਂ ਨਾਲੋਂ ਡੇਢਾ ਹੀ ਮਿਲ ਜਾਂਦਾ ਹਿਸਾਬ ਨਾਲ। ਮਾਰਕੀਟ ਦੇ ਵਿੱਚ 150 ਰੁਪਏ ਕੇਜੀ ਵਿਕ ਰਹੀ, ਆਪਣੀ 200 ਵਿਕ ਜਾਏਗੀ। ਕਾਰਨ ਕੀ ਸਰ ਇਹਦਾ? ਕਾਰਨ ਇਹ ਇੱਕ ਤੇ ਆਰਗੈਨਿਕ ਆ, ਤੇ ਦੂਸਰਾ ਇਹਦਾ ਜਿਹੜੇ ਨਿਊਟ੍ਰੀਐਂਟ ਵਧੀਆ ਨੇ, ਇਹਦਾ ਕਲਰ ਵਧੀਆ ਆਉਂਦਾ ਖਾਦਾਂ ਵਗੈਰਾ ਨਾਲੋਂ। ਮੈਂ ਸਟ੍ਰਾਬੇਰੀ ਲੈਣ ਆਇਆ। ਇਹਨਾਂ ਦਾ ਸਭ ਤੋਂ ਵਧੀਆ ਹੈ ਚੀਜ਼ ਕਿ ਜਦੋਂ ਤੁਹਾਨੂੰ ਸਟ੍ਰਾਬੇਰੀ ਚਾਹੀਦੀ ਹੈ, ਤੁਸੀਂ ਆਪ ਆਪਣੀ ਮਰਜ਼ੀ ਦੀ ਸਟ੍ਰਾਬੇਰੀ ਤੋੜੋ ਔਰ ਲੈ ਕੇ ਜਾ ਸਕਦੇ ਹੋ। ਔਰ ਇਹਨਾਂ ਦੇ ਰੇਟ ਵੀ ਬਹੁਤ ਮਤਲਬ ਕਮ ਹੈ, ਜਿਹਦੇ ਕਾਰਨ ਮੈਨੂੰ ਇਹਨਾਂ ਦਾ ਫਲੇਵਰ ਵੀ ਬਹੁਤ ਵਧੀਆ ਹੈ। ਸਟ੍ਰਾਬੇਰੀ ਤੁਸੀਂ ਵੀ ਖਾ ਕੇ ਦੇਖੋ, ਤੁਹਾਨੂੰ ਵੀ ਪਤਾ ਚੱਲੇਗਾ ਸਟ੍ਰਾਬੇਰੀ ਆਰਗੈਨਿਕ ਹੈ, 100% ਆਰਗੈਨਿਕ ਹੈ।
ਤੇ ਆਪ ਤੁਸੀਂ ਤੋੜ ਰਹੇ ਹੋ ਇੱਥੇ ਆ ਕੇ ਮੈਂ ਤਾਂ ਆਪ- ਮਨਾ ਨਹੀਂ ਕਰਦੇ ਇਹ? ਨਹੀਂ, ਆ ਮਨਾ ਨਹੀਂ ਕਰਦੇ। ਤੁਸੀਂ ਆਪ ਆਪਣੇ ਵਾਸਤੇ ਤੋੜ ਸਕਦੇ ਹੋ, ਤੁਹਾਨੂੰ ਵੀ ਚਾਹੀਦੀ ਹੈ, ਤੁਸੀਂ ਲੈ ਕੇ ਜਾ ਸਕਦੇ ਹੋ ਇੱਧਰੋਂ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਤਿਹਾਸਿਕ ਕਿਤਾਬਾਂ ਭੇਜੀਆਂ ਗਈਆਂ ਨੇ ਤੇ ਨਾਲ ਹੀ ਇੱਕ ਚਿੱਠੀ ਪੱਤਰ ਲਿਖਿਆ ਗਿਆ। ਇਸ ਦਾ ਮੁੱਖ ਉਦੇਸ਼ ਸੀ ਕਿ ਨਨਕਾਣਾ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਇਤਿਹਾਸ ਤੋਂ ਜਾਣੂ ਹੋ ਕੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਬੀਤੇ ਦਿਨੀ ਨਨਕਾਣਾ ਸਾਹਿਬ ਜਾਣ ਵਾਲੇ ਯਾਤਰੂਆਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ। ਜੇ ਉਹਨਾਂ ਨੇ ਸਾਡਾ ਇਨਸਾਫ ਨਹੀਂ ਕੀਤਾ, ਇਹਦਾ ਕਾਰਨ ਕੀ ਹੈ? ਉਹਦੇ ਵਾਸਤੇ ਮੈਂ ਅੱਜ 8 ਕੁ ਕਿਤਾਬਾਂ ਦਾ ਸੈੱਟ, ਜਿਹੜਾ ਕਿ ਗੁਰਦੁਆਰਾ ਸੁਧਾਰ ਲਹਿਰ ਨਾਲ ਸੰਬੰਧਿਤ ਹਨ, ਭਾਵੇਂ ਉਹ ਨਨਕਾਣਾ ਸਾਹਿਬ ਦਾ ਸਾਕਾ, ਭਾਵੇਂ ਉਹ ਜੈਤੋ ਕੇ ਮੋਰਚੇ ਦਾ, ਭਾਵੇਂ ਗੁਰੂ ਕੇ ਬਾਗ ਦਾ, ਭਾਵੇਂ ਅਕਾਲੀ ਮੋਰਚਿਆਂ ਦਾ, ਭਾਵੇਂ ਸਾਡੇ ਉੱਥੋਂ ਦੇ ਉਸ ਵੇਲੇ ਦੇ ਜਿਨ੍ਹਾਂ ਦਾ ਅੱਖੀ ਡਿੱਠਾ ਹਾਲ ਸੀਗਾ, ਉਹ ਕਿਤਾਬਾਂ ਲਿਖੀਆਂ। ਉਹ ਸਾਰੀਆਂ 8 ਕਿਤਾਬਾਂ ਦਾ ਸੈੱਟ ਬਣਾ ਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ, ਮਾਨਯੋਗ ਗ੍ਰਹਿ ਮੰਤਰੀ ਨੂੰ ਅਸੀਂ ਭੇਜ ਰਹੇ ਹਾਂ। ਤੇ ਨਾਲ ਮੈਂ ਬਕਾਇਦਾ ਸਕੱਤਰ ਦੀ ਡਿਊਟੀ ਲਾ ਰਹੀ ਹਾਂ ਕਿ ਉਹ ਉੱਥੇ ਜਾ ਕੇ, ਸਾਡਾ ਮੀਤ ਸਕੱਤਰ ਆਪ ਜਾ ਕੇ ਦਫ਼ਤਰ ਵਿੱਚ ਦੇ ਕੇ ਆਉਣ ਕਿ ਪ੍ਰਧਾਨ ਮੰਤਰੀ ਜੀ ਇੱਕ ਵਾਰੀ ਸਾਡੇ ਇਤਿਹਾਸ ਨੂੰ ਜ਼ਰੂਰ ਖੋਜ ਕੇ ਦੇਖੋ ਕਿ ਜਿਹੜਾ ਤੁਸੀਂ ਸਾਨੂੰ ਅੱਜ ਜਵਾਬ ਦਿੱਤਾ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਗਿਆ, ਕੀ ਇਹ ਜਾਇਜ਼ ਹੈ? ਕੀ ਇਹ ਸਾਡੇ ਵਾਸਤੇ ਦੁਖਦਾਈ ਨਹੀਂ? ਕੀ ਸਾਡੇ ਨਾਲ ਬੇਇਨਸਾਫੀ ਨਹੀਂ? ਕੀ ਸਾਡੇ ਨਾਲ ਧੱਕਾ ਨਹੀਂ? ਕੀ ਸਾਨੂੰ ਇਹ ਸੱਟ ਨਹੀਂ ਵੱਜੀ? ਜੇ ਉਹ ਇਤਿਹਾਸ ਨੂੰ ਖੋਜ ਲੈਣ, ਜੇ ਉਹਨੂੰ ਇੱਕ ਵਾਰੀ ਝਾਤ ਮਾਰ ਲੈਣ, ਸ਼ਾਇਦ ਉਹਨਾਂ ਦਾ ਵੀ ਮਨ ਕੰਬ ਜਾਵੇ। ਸੋ ਉਸ ਇਤਿਹਾਸ ਨੂੰ ਉਹਨਾਂ ਦੇ ਨਜ਼ਰ ਵਿੱਚ ਲਿਆਉਣ ਵਾਸਤੇ ਅਸੀਂ ਅੱਜ ਬੁੱਕ ਸੈੱਟ ਭੇਜ ਰਹੇ ਹਾਂ। ਸੋ ਇਹ ਚਿੱਠੀ ਨਾਲ ਦੇ ਕੇ ਭੇਜ ਰਹੀ ਹਾਂ ਮੈਂ ਕਿ ਆਹ ਸਾਡੀ ਪੀੜਾ ਸੀ, ਇਹ ਕਿਤਾਬਾਂ ਤੁਹਾਡੇ ਕੋਲ ਆ ਰਹੀਆਂ ਨੇ, ਕਿਰਪਾ ਕਰਕੇ ਇਹਨੂੰ ਇੱਕ ਵਾਰੀ ਆਪਣੀਆਂ ਅੱਖਾਂ 'ਚੋਂ ਕੱਢ ਲਓ ਜਾਂ ਆਪਣੇ ਧਿਆਨ 'ਚ ਲਿਆਓ, ਧਿਆਨ ਗੋਚਰੀ ਕਰਕੇ ਇਹ ਤੋਂ ਮਹਿਸੂਸ ਕਰੋ ਕਿ ਅਸੀਂ ਗਲਤ ਸੀ। ਜੇ ਅਸੀਂ ਗਲਤ ਕਿਹਾ ਹੋਵੇ, ਜਾਂ ਸਾਡੀ ਫਰਿਆਦ ਗਲਤ ਹੋਵੇ, ਜੇ ਸਾਡੀ ਮੰਗ ਗਲਤ ਹੋਵੇ, ਜਾਂ ਅਸੀਂ ਕੋਈ ਸ਼ਬਦ ਇਹਦੇ ਵਿੱਚ ਪੀੜਤ ਹੋ ਕੇ ਕੋਈ ਐਸੀ ਗੱਲ ਕਹਿ ਦਿੱਤੀ ਹੋਵੇ, ਤੁਹਾਨੂੰ ਤੁਸੀਂ ਲੱਗਦਾ ਹੋਵੇ ਤੁਹਾਨੂੰ ਕਿ ਅਸੀਂ ਝੂਠ ਬੋਲ ਰਹੇ ਹਾਂ ਜਾਂ ਗਲਤ ਹੈ, ਤੇ ਸ਼ਾਇਦ ਅਸੀਂ ਸਮਝਾਂਗੇ ਕਿ ਅਸੀਂ ਵੀ ਕੋਈ ਐਸੀ ਗੱਲ ਕੀਤੀ ਹੋਵੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।